हेलो स्टूडेंट्स, आई एम सुखिंदर फ्रॉम डिपार्टमेंट ऑफ इकनॉमिक्स, GDST कॉलेज हरियाणा ਹੁਸ਼ਿਆਰਪੁਰ। ਅੱਜ ਇਸ ਲੈਕਚਰ ਦੇ ਵਿੱਚ ਅਸੀਂ ਲਾਅ ਆਫ ਡਿਮਿਨਿਸ਼ਿੰਗ ਰਿਟਰਨਸ ਜੋ ਪਿਛਲੇ ਲੈਕਚਰ ਦੇ ਵਿੱਚ ਕੀਤਾ ਸੀਗਾ, ਜਿਹਦੇ ਵਿੱਚ ਆਪਾਂ ਕੀਤਾ ਕਿ ਜਿੱਦਾਂ ਜਿੱਦਾਂ ਆਪਾਂ ਹੋਰ ਕਮੋਡਿਟੀ ਕੰਜ਼ਿਊਮ ਕਰਦੇ ਜਾਂਦੇ ਹਾਂ, ਉਸ ਤੋਂ ਪ੍ਰਾਪਤ ਹੋਣ ਵਾਲੀ ਜਿਹੜੀ ਯੂਟਿਲਿਟੀ ਹੈ, ਮਾਰਜਨਲ ਯੂਟਿਲਿਟੀ, ਉਹ ਲਗਾਤਾਰ ਘਟਦੀ ਜਾਂਦੀ ਹੈ। ਇਸ ਦੇ ਵਿੱਚ ਅੱਜ ਅਸੀਂ ਇਹਦਾ ਜੋ ਰੀਮੇਨਿੰਗ ਪਾਰਟ ਹੈ ਉਹ ਕਰਾਂਗੇ। ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਹੈਗਾ ਕਿ ਕਾਜ਼ਸ ਆਫ ਇਟਸ ਐਪਲੀਕੇਸ਼ਨ, ਕਿ ਇਹ ਅਪਲਾਈ ਕਿਉਂ ਹੁੰਦਾ, ਕਿਉਂ ਇਸ ਤਰ੍ਹਾਂ ਹੁੰਦਾ ਕਿ ਜਿੱਦਾਂ ਜਿੱਦਾਂ ਆਪਾਂ ਇੱਕ ਹੋਰ ਪ੍ਰੋਡਕਟ ਕੰਜ਼ਿਊਮ ਕਰਦੇ ਜਾਂਦੇ ਹਾਂ, ਉਸ ਤੋਂ ਪ੍ਰਾਪਤ ਹੋਣ ਵਾਲੀ ਜਿਹੜੀ ਯੂਟਿਲਿਟੀ ਆ ਉਹ ਲਗਾਤਾਰ ਘਟਦੀ ਜਾਂਦੀ ਹੈ। ਸਭ ਤੋਂ ਪਹਿਲਾਂ ਤਾਂ ਵਸਤੂਆਂ ਪੂਰਨ ਪ੍ਰਤੀਸਥਾਪਨ ਹੁੰਦੀਆਂ ਹਨ, ਕੁਆਂਟੀਜ਼ ਆਰ ਇੰਪਰਫੈਕਟ ਸਬਸਟੀਟਿਊਟਸ, ਕਿ ਬੇਸ਼ੱਕ ਅਸੀਂ ਕਹਿ ਦਿੰਦੇ ਹਾਂ ਕਿ ਆਪਾਂ ਜਿਹੜੀਆਂ ਕਮੋਡਿਟੀ ਸਬਸਟੀਟਿਊਟ ਹੁੰਦੀਆਂ, ਸਬਸਟੀਟਿਊਟੇਬਲ ਹੁੰਦੀਆਂ, ਆਪਾਂ ਇੱਕ ਕਮੋਡਿਟੀ ਥਾਂ 'ਤੇ ਦੂਸਰੀ ਕਮੋਡਿਟੀ ਨੂੰ ਵਰਤ ਸਕਦੇ ਹਾਂ, ਲਾਈਕ ਟੀ ਐਂਡ ਕਾਫੀ ਇੱਕ ਦੂਸਰੇ ਸਬਸਟੀਟਿਊਟ ਆ, ਪਰ ਇਸ ਤਰ੍ਹਾਂ ਹੁੰਦਾ ਨਹੀਂ ਆ ਅਸਲ ਦੇ ਵਿੱਚ। ਬੇਸ਼ੱਕ ਤੁਸੀਂ ਇੱਥੋਂ ਦੂਸਰੀ ਥਾਂ 'ਤੇ ਯੂਜ਼ ਕਰ ਸਕਦੇ ਹੋ, ਪਰ ਫਿਰ ਵੀ ਅਸੀਂ ਚਾਹ ਨੂੰ ਕੌਫੀ ਨਾਲ ਹਮੇਸ਼ਾ ਇਸ ਤਰ੍ਹਾਂ ਰਿਪਲੇਸ ਨਹੀਂ ਕਰਦੇ। ਅਤੇ ਇਸ ਤਰ੍ਹਾਂ ਹੋਣ ਕਰਕੇ ਜਦੋਂ ਵੀ ਕਿਤੇ ਪ੍ਰੋਡਕਟ ਦੀ ਪ੍ਰਾਈਸ ਵੱਧਦੀ ਹੈ ਅਤੇ ਉਹਦੀ ਡਿਮਾਂਡ ਦੇ ਵਿੱਚ ਕਮੀ ਆ ਹੀ ਜਾਂਦੀ ਹੈ। ਅਤੇ ਉਸ ਤੋਂ ਬਾਅਦ ਅਤੇ ਉਸ ਤੋਂ ਪ੍ਰਾਪਤ ਹੋਣ ਵਾਲਾ ਜਿਹੜਾ ਦ੍ਰਿਸ਼ਟੀਕੋਣ ਆ ਉਹ ਲਗਾਤਾਰ ਘਟਦਾ ਜਾਂਦਾ। ਅਤੇ ਸੈਟਿਸਫੈਕਸ਼ਨ ਆਫ ਪਾਰਟੀਕੂਲਰ ਵਾਂਟਸ, ਘਟਦੀ ਸੰਤੁਸ਼ਟੀਕੋਣ ਦੇ ਨਿਯਮ ਹੋਣ ਦੇ ਲਾਗੂ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਜਿਹੜੀ ਸੈਟਿਸਫੈਕਸ਼ਨ ਹੈ ਕਿਸੇ ਪਾਰਟੀਕੂਲਰ ਵਾਂਟ ਦੀ ਸੰਪੂਰਨ ਸੰਤੁਸ਼ਟੀ ਬਿੰਦੂ ਤੱਕ ਪਹੁੰਚਣ 'ਤੇ ਉਸ ਵਸਤੂ ਦੀ ਇੱਕ ਵਾਧੂ ਇਕਾਈ ਦਾ ਉਪਯੋਗ ਕਰਨ 'ਤੇ ਸਮਾਨ ਤੁਸ਼ਟੀਕੋਣ ਇਸ ਲਈ 0 ਹੋ ਜਾਂਦਾ ਹੈ। ਅਤੇ ਉਸ ਤੋਂ ਬਾਅਦ ਜੇ ਫਿਰ ਅਸੀਂ ਉਸ ਨੂੰ ਕਿਸੇ ਪ੍ਰੋਡਕਟ ਦੀ ਜਿਹੜੀ ਸੈਟਿਸਫੈਕਸ਼ਨ ਆ, ਜਦੋਂ ਉਹ ਸਾਨੂੰ ਹੋ ਜਾਂਦੀ ਹੈ, ਅਸੀਂ ਸੰਤੁਸ਼ਟ ਹੋ ਜਾਂਦੇ ਹਾਂ, ਤਾਂ ਉਸ ਤੋਂ ਬਾਅਦ ਉਹਦੀ ਜਿਹੜੀ ਯੂਟਿਲਿਟੀ ਹੈ, ਮਾਰਜਨਲ ਯੂਟਿਲਿਟੀ, ਉਹ 0 ਵੀ ਹੋ ਜਾਂਦੀ ਹੈ ਅਤੇ ਨੈਗੇਟਿਵ ਹੋ ਜਾਂਦੀ, ਕਿਉਂਕਿ ਇਸ ਤਰ੍ਹਾਂ ਦੀ ਕੋਈ ਜ਼ਰੂਰਤ ਨਹੀਂ ਹੈ ਜਿਸ ਨੂੰ ਸੰਤੁਸ਼ਟ ਨਾ ਕੀਤਾ ਜਾ ਸਕੇ। ਅਤੇ ਅਲਟਰਨੇਟਿਵ ਯੂਜ਼ ਵੀ ਹੁੰਦੇ ਆ ਕਿ ਜਦੋਂ ਕੁਝ ਪ੍ਰੋਡਕਟ ਇਸ ਤਰ੍ਹਾਂ ਦੇ ਵੀ ਹੁੰਦੇ ਆ ਕਿ ਉਸ 'ਤੇ ਬਹੁਤ ਸਾਰੇ ਪ੍ਰਯੋਗ ਹੁੰਦੇ ਆ, ਪਰ ਕੁਝ ਇੱਕ ਪ੍ਰਯੋਗ ਜਿਹੜੇ ਆ ਬਹੁਤ ਮਹੱਤਵਪੂਰਨ ਹੁੰਦੇ ਆ, ਥੋੜ੍ਹੇ ਘੱਟ ਮਹੱਤਵਪੂਰਨ ਹੁੰਦੇ ਆ। ਇਸ ਲਈ ਜਦੋਂ ਪ੍ਰੋਡਕਟ ਸਸਤਾ ਹੁੰਦਾ ਹੈ ਤਾਂ ਅਸੀਂ ਉਸ ਪ੍ਰੋਡਕਟ ਦੀ ਜ਼ਿਆਦਾ ਵਰਤੋਂ ਕਰਦੇ ਹਾਂ, ਅਦਰਵਾਈਜ਼ ਉਹਦੀ ਵਰਤੋਂ ਘੱਟ ਕਰ ਦਿੱਤੀ ਜਾਂਦੀ ਹੈ। ਇਸ ਕਰਕੇ ਵੀ ਇਹ ਨਿਯਮ ਜਿਹੜਾ ਲਾਗੂ ਹੋ ਜਾਂਦਾ। ਹੁਣ ਨਿਯਮ ਦੇ ਲਾਗੂ ਹੋਣ ਦਾ ਮਹੱਤਵ ਕੀ ਆ? ਸਭ ਤੋਂ ਪਹਿਲਾਂ ਭੋਗ ਦੇ ਨਿਯਮਾਂ ਦਾ ਆਧਾਰ। ਘਟਦੇ ਸੰਤੁਸ਼ਟੀਕੋਣ ਦਾ ਨਿਯਮ ਆ ਜਿਹੜਾ, ਇਹ ਭੋਗ ਦੇ ਨਿਯਮਾਂ ਦਾ ਆਧਾਰ ਆ। ਨਿਯਮ ਜਿਹੜੇ ਸੰਤੁਸ਼ਟੀਕੋਣ ਦਾ ਨਿਯਮ ਆ, ਜਾਂ ਮੰਗ ਦਾ ਨਿਯਮ ਆ, ਜਾਂ ਉਪਭੋਗਤਾ ਦੀ ਬੱਚਤ, ਇਹ ਨਿਯਮ ਹੈਗੇ ਆ। ਇਹਦੇ ਵਿੱਚੋਂ ਮੰਗ ਦਾ ਨਿਯਮ ਆਪਾਂ ਕਰ ਚੁੱਕੇ ਹਾਂ। ਸੰਤੁਸ਼ਟੀਕੋਣ ਦਾ ਨਿਯਮ ਕੀ ਮਾਰਜਨਲ ਯੂਟਿਲਿਟੀ ਦਾ ਕੰਸੈਪਟ ਆਪਾਂ ਕੱਲ੍ਹ ਕਰਾਂਗੇ। ਉਸ ਤੋਂ ਬਾਅਦ ਕੰਜ਼ਿਊਮਰ ਸਰਪਲਸ ਹੈਗਾ ਆ, ਇਹ ਟੌਪਿਕ ਆ ਜਿਹੜੇ ਆਪਾਂ ਕਰਾਂਗੇ। ਇਹਨਾਂ ਸਾਰੇ ਨਿਯਮਾਂ ਦਾ ਜਿਹੜਾ ਬੇਸ ਆ ਉਹ ਲਾਅ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਹੈ। ਵਰਾਇਟੀ ਇਨ ਦੀ ਪ੍ਰੋਡਕਸ਼ਨ ਐਂਡ ਕੰਜੰਪਸ਼ਨ, ਘਟਦੇ ਸੰਤੁਸ਼ਟੀਕੋਣ ਦੇ ਕਰਕੇ ਹੀ ਸ਼ਾਇਦ ਉਤਪਾਦਨ ਅਤੇ ਉਪਭੋਗਤਾ ਦੇ ਵਿੱਚ ਵਿਲੱਖਣਤਾ, ਵਰਾਇਟੀ ਪਾਈ ਜਾਂਦੀ ਹੈ। ਕਿਉਂਕਿ ਪਤਾ ਹੈ ਸਾਰਿਆਂ ਨੂੰ, ਕੰਜ਼ਿਊਮਰ ਨੂੰ ਵੀ ਅਤੇ ਪ੍ਰੋਡਿਊਸਰ ਨੂੰ ਵੀ ਇਹ ਪਤਾ ਹੈ ਕਿ ਜੋ ਇੱਕ ਤਰ੍ਹਾਂ ਦਾ ਪ੍ਰੋਡਕਟ ਹੀ ਦੁਬਾਰਾ ਪ੍ਰੋਡਿਊਸ ਕਰੀ ਜਾਣਗੇ ਅਤੇ ਜਿਹੜਾ ਕੰਜ਼ਿਊਮਰ ਉਹਦਾ ਇੱਕ ਲੈਵਲ ਹੈ। ਉਸ ਤੋਂ ਬਾਅਦ ਕੰਜ਼ਿਊਮਰ ਹੈ ਜਿਹੜਾ, ਉਹਦੇ ਲਈ ਉਹਦੀ ਸੈਟਿਸਫੈਕਸ਼ਨ ਹੈ ਜਿਹੜੀ ਘੱਟ ਜਾਏਗੀ ਅਤੇ ਉਹਦੀ ਡਿਮਾਂਡ ਨਹੀਂ ਕਰੇਗਾ। ਡਿਫਰੈਂਸ ਇਨ ਆਫ ਵੈਲਿਊ ਇਨ ਯੂਜ਼ ਐਂਡ ਵੈਲਿਊ ਇਨ ਐਕਸਚੇਂਜ, ਵਰਤਣ ਮੁੱਲ ਅਤੇ ਵਟਾਂਦਰਾ ਮੁੱਲ ਵਿੱਚ ਅੰਤਰ। ਐਡਮ ਸਮਿਥ ਇਹ ਨਹੀਂ ਸੀ ਦੱਸ ਸਕੇ ਕਿ ਤੁਸ਼ਟੀਕੋਣ ਹੀਰਿਆਂ ਦਾ ਜਿਹੜਾ ਯੂਟਿਲਿਟੀ ਆ, ਪਾਣੀ ਦੀ ਯੂਟਿਲਿਟੀ ਤੋਂ ਘੱਟ ਹੋਣ ਕਰਕੇ ਵੀ ਪਾਣੀ ਦਾ ਮੁੱਲ ਹੀਰਿਆਂ ਦੇ ਮੁੱਲ ਤੋਂ ਘੱਟ ਕਿਉਂ ਹੁੰਦਾ। ਇਸ ਵਿਰੋਧਵਾਦੀ ਵਿਆਖਿਆ ਕਰਨ ਲਈ ਦੋ ਹਿੱਸਿਆਂ 'ਚ ਵੰਡਿਆ, ਵਰਤੋਂ ਮੁੱਲ ਅਤੇ ਵਟਾਂਦਰਾ ਮੁੱਲ। ਜਿਨ੍ਹਾਂ ਵਸਤੂਆਂ ਦੀ ਵਰਤੋਂ ਮੁੱਲ ਜ਼ਿਆਦਾ ਹੁੰਦਾ ਹੈ ਉਹਨਾਂ ਦਾ ਮੁੱਲ ਘੱਟ ਹੁੰਦਾ, ਅਤੇ ਜਿਨ੍ਹਾਂ ਦਾ ਵਟਾਂਦਰਾ ਮੁੱਲ ਜ਼ਿਆਦਾ ਹੁੰਦਾ ਹੈ ਉਹਨਾਂ ਦਾ ਮੁੱਲ ਜ਼ਿਆਦਾ ਹੁੰਦਾ ਹੈ। ਪਰ ਇਹ ਚੀਜ਼ ਐਕਸਪਲੇਨ ਕਰਨ ਦੇ ਲਈ ਤੁਸ਼ਟੀਕੋਣ ਜਿਹੜਾ ਮਾਰਜਨਲ ਯੂਟਿਲਿਟੀ ਹੈ, ਇਸ ਨਿਯਮ ਦੀ ਵਰਤੋਂ ਕੀਤੀ ਗਈ ਹੈ। ਉਹਨਾਂ ਦੇ ਅਨੁਸਾਰ ਹਵਾ, ਪਾਣੀ ਆਦਿ ਵਸਤੂਆਂ ਦੀ ਬਹੁਤ ਮਹੱਤਤਾ ਹੁੰਦੀ ਹੈ। ਇਹਨਾਂ ਦਾ ਉਪਯੋਗ ਜਿਹੜਾ ਕਾਫੀ ਮਾਤਰਾ 'ਚ ਕੀਤਾ ਜਾਂਦਾ, ਇਸ ਲਈ ਇਹਨਾਂ ਦੇ ਤੁਸ਼ਟੀਕੋਣ ਵਿੱਚ ਬੜੀ ਤੇਜ਼ੀ ਨਾਲ ਕਮੀ ਆਉਂਦੀ ਹੈ, ਅਤੇ ਸੰਤੁਸ਼ਟੀਕੋਣ ਘੱਟ ਹੋਣ ਕਰਕੇ ਇਹਨਾਂ ਦੀ ਕੀਮਤ ਵੀ ਘੱਟ ਰਹਿ ਜਾਂਦੀ ਹੈ। ਪਰ ਦੂਸਰੇ ਪਾਸੇ ਜਿਹੜੇ ਸੋਨੇ, ਚਾਂਦੀ ਆ, ਇਹਨਾਂ ਵਸਤੂਆਂ ਇਹ ਘੱਟ ਮਾਤਰਾ 'ਚ ਮਿਲਦੀਆਂ, ਇਹਨਾਂ ਦਾ ਵਟਾਂਦਰਾ ਮੁੱਲ ਵੱਧ ਹੁੰਦਾ, ਇਸ ਲਈ ਇਹਨਾਂ ਦਾ ਸੰਤੁਸ਼ਟੀਕੋਣ ਹੌਲੀ ਹੌਲੀ ਘਟਦਾ, ਮਾਰਜਨਲ ਯੂਟਿਲਿਟੀ ਹੌਲੀ ਹੌਲੀ ਘਟਦੀ ਹੈ, ਇਸ ਲਈ ਇਹਨਾਂ ਦਾ ਮੁੱਲ ਜ਼ਿਆਦਾ ਰਹਿ ਜਾਂਦਾ। ਉਸ ਤੋਂ ਬਾਅਦ ਪ੍ਰਾਈਸ ਡਿਟਰਮੀਨੇਸ਼ਨ ਦੇ ਵਿੱਚ ਵੀ ਇਹ ਜਿਹੜਾ ਲਾਅ ਆ ਇਹ ਬਹੁਤ ਹੈਲਪ ਪ੍ਰਦਾਨ ਕਰਦਾ। ਜੇਕਰ ਕੋਈ ਦੁਕਾਨਦਾਰ ਕਿਸੇ ਵਸਤੂ ਦੀ ਵਿਕਰੀ ਜ਼ਿਆਦਾ ਕਰਨੀ ਚਾਹੁੰਦਾ ਤਾਂ ਉਹ ਉਸ ਵਸਤੂ ਦੀ ਕੀਮਤ ਵਿੱਚ ਕਮੀ ਕਰਕੇ ਉਸ ਦੀ ਡਿਮਾਂਡ ਜ਼ਿਆਦਾ ਕਰ ਦੇਵੇਗਾ, ਅਦਰਵਾਈਜ਼ ਉਹ ਉਸ ਨੂੰ ਜ਼ਿਆਦਾ ਨਹੀਂ ਵੇਚ ਪਾਵੇਗਾ। ਮਤਲਬ ਡਿਮਾਂਡ ਜ਼ਿਆਦਾ ਕਰਨ ਦੇ ਲਈ ਉਸਨੂੰ ਉਸ ਪ੍ਰੋਡਕਟ ਦਾ ਜਿਹੜਾ ਪ੍ਰਾਈਸ ਆ ਉਹਦੇ ਵਿੱਚ ਕਮੀ ਕਰਨੀ ਹੀ ਪਏਗੀ। ਬੇਸ ਆਫ ਪ੍ਰੋਗਰੈਸਿਵ ਟੈਕਸੇਸ਼ਨ, ਕਿ ਜਿੱਦਾਂ ਪ੍ਰੋਗਰੈਸਿਵ ਟੈਕਸ ਜਿਹੜਾ ਸਿਸਟਮ ਹੈ ਸਾਡੇ 3rd ਸਮੈਸਟਰ ਦੇ ਵਿੱਚ ਹੋਏਗਾ ਪੈਸੇ,
ਪ੍ਰੋਪਰ ਕਨਸੈਪਟ ਹੋਣਗੇ ਇਹ ਡਿਟੇਲ ਦੇ ਵਿੱਚ। ਪ੍ਰੋਗਰੈਸਿਵ ਟੈਕਸੇਸ਼ਨ ਕੀ ਹੈ ਕਿ ਜਿਵੇਂ ਜਿਵੇਂ ਆਮਦਨ ਵੱਧਦੀ ਜਾਂਦੀ ਆ ਉਸ 'ਤੇ ਲੱਗਣ ਵਾਲਾ ਜਿਹੜਾ ਰੇਟ ਆ, ਟੈਕਸ ਰੇਟ ਆ ਪਰਸੈਂਟੇਜ ਦੇ ਵਿੱਚ, ਉਹਦੇ ਵਿੱਚ ਵੀ ਵਾਧਾ ਹੁੰਦਾ ਜਾਂਦਾ। ਪਰ ਜਿਹੜਾ ਤੁਸ਼ਟੀਗੁਣ ਦਾ ਨਿਯਮ ਆ, ਜਿਹੜਾ ਮਾਰਜਨਲ ਯੂਟਿਲਿਟੀ ਦਾ ਨਿਯਮ ਆ, ਉਹ ਇਹਦਾ ਵੀ ਬੇਸ ਹੁੰਦਾ, ਕਿਉਂਕਿ ਜ਼ਿਆਦਾ ਜਦੋਂ ਤੁਸੀਂ ਕਿਸੇ ਦੇ ਕੋਲ ਪੈਸਾ ਜ਼ਿਆਦਾ ਹੋ ਗਿਆ ਉਸ 'ਤੇ ਤੁਸੀਂ ਜੇ ਜ਼ਿਆਦਾ ਰੇਟ ਵੀ ਲਗਾ ਦੋਗੇ ਤਾਂ ਬਹੁਤ ਜ਼ਿਆਦਾ ਫਰਕ ਨਹੀਂ ਪਏਗਾ ਲੋਕਾਂ ਨੂੰ, ਕਿਉਂਕਿ ਲੋਕਾਂ ਦੀ ਜਿਹੜੀ ਮਾਰਜਨਲ ਯੂਟਿਲਿਟੀ ਉਹਦੇ ਲਈ ਘੱਟ ਹੋ ਜਾਏਗੀ। ਐਡਵਾਂਟੇਜ ਟੂ ਦੀ ਕੰਜ਼ਿਊਮਰ ਨੂੰ ਵੀ ਇਸ ਦਾ ਫਾਇਦਾ ਹੁੰਦਾ ਹੈ ਕਿ ਉਹਨਾਂ ਨੂੰ ਪਤਾ ਹੈ ਬਿਜ਼ਨਸਮੈਨ ਨੂੰ ਕਿ ਇਸ ਦੇ ਨਾਲ ਜਿਹੜਾ ਕੰਜ਼ਿਊਮਰ ਦਾ ਤੁਸ਼ਟੀਗੁਣ ਉਹ ਲਗਾਤਾਰ ਘਟਦਾ ਜਾਂਦਾ ਹੈ, ਸਮਾਂ ਤੁਸ਼ਟੀਗੁਣ, ਇਹਦੇ ਕਰਕੇ ਉਹਨੂੰ ਵਰਾਇਟੀ ਪ੍ਰੋਵਾਈਡ ਕਰਦਾ ਹੈ। ਉਸ ਤੋਂ ਬਾਅਦ ਸਮਾਜਵਾਦ ਦਾ ਆਧਾਰ। ਸਮਾਜਵਾਦ ਉਸ ਆਰਥਿਕ ਪ੍ਰਣਾਲੀ ਨੂੰ ਕਹਿੰਦੇ ਜਿਸ ਵਿੱਚ ਲੋਕਾਂ ਵਿੱਚ ਪੂੰਜੀ ਦੀ ਸਮਾਨ ਵੰਡ ਹੋਣੀ ਚਾਹੀਦੀ ਹੈ, ਅਤੇ ਅਮੀਰਾਂ ਦੇ ਲਈ ਪੂੰਜੀ ਦਾ ਸਮਾਂ ਤੁਸ਼ਟੀਗੁਣ ਘੱਟ ਹੁੰਦਾ ਅਤੇ ਗਰੀਬਾਂ ਲਈ ਜ਼ਿਆਦਾ ਹੁੰਦਾ। ਜੇਕਰ ਅਮੀਰਾਂ ਤੋਂ ਪੂੰਜੀ ਲੈ ਕੇ ਗਰੀਬਾਂ 'ਚ ਵੰਡ ਦਿੱਤੀ ਜਾਵੇ ਤਾਂ ਗਰੀਬਾਂ ਦੇ ਲਈ ਜਿਹੜਾ ਪੂੰਜੀ ਦਾ ਸਮਾਂ ਤੁਸ਼ਟੀਗੁਣਾ ਵੱਧ ਜਾਵੇਗਾ ਅਤੇ ਸਾਰੇ ਸਮਾਜ ਨੂੰ ਲਾਭ ਹੋਏਗਾ। ਆਮਦਨ ਅਤੇ ਧਨ ਦੀ ਪੁਨਰ ਵੰਡ ਦਾ ਆਧਾਰ। ਆਮਦਨ ਅਤੇ ਧਨ ਦੀ ਪੁਨਰ ਵੰਡ ਦਾ ਆਧਾਰ ਵੀ ਇਹੀ ਮਾਰਜਨਲ ਯੂਟਿਲਿਟੀ ਹੈ ਕਿ ਆਪਾਂ ਅਮੀਰਾਂ ਤੋਂ ਲੈ ਕੇ ਗਰੀਬਾਂ ਨੂੰ ਦੇ ਦਈਏ ਅਤੇ ਦੁਬਾਰਾ ਜਿਹੜੀ ਵੰਡ ਕਰਕੇ ਕਲਿਆਣ ਕੀਤਾ ਜਾ ਸਕੇ। ਉਸ ਤੋਂ ਬਾਅਦ ਨੈਕਸਟ ਹੈਗਾ ਕ੍ਰਿਟਿਸਿਜ਼ਮ। ਕ੍ਰਿਟਿਸਿਜ਼ਮ ਇਸ ਨਿਯਮ ਦੇ ਇਸ ਤਰ੍ਹਾਂ ਕੀਤਾ ਜਾ ਸਕਦਾ। ਸਭ ਤੋਂ ਪਹਿਲਾਂ ਤਾਂ ਆਪਾਂ ਅਜੰਪਸ਼ਨ ਲਈ ਸੀ ਕਿ ਯੂਟਿਲਿਟੀ ਨੂੰ ਕਾਰਡੀਨਲ ਮੇਜਰਮੈਂਟ ਪੋਸੀਬਲ ਆ, ਪਰ ਯੂਟਿਲਿਟੀ ਦੀ ਕਾਰਡੀਨਲ ਮੇਜਰਮੈਂਟ ਪੋਸੀਬਲ ਨਹੀਂ ਹੁੰਦੀ। ਇਹ ਜਿਸ ਤਰ੍ਹਾਂ ਕਹਿਣਾ ਕਿ ਮੈਂ ਇੱਕ ਸੇਬ ਕੰਜ਼ਿਊਮ ਕੀਤਾ ਤਾਂ ਉਸ ਤੋਂ ਮੈਨੂੰ ਇੰਨੀ ਯੂਟਿਲਿਟੀ ਮਿਲੀ, ਇਹ ਠੀਕ ਨਹੀਂ ਹੁੰਦਾ। ਮੁਦਰਾ ਦੀ ਸਮਾਂ ਤੁਸ਼ਟੀਗੁਣ ਸਥਿਰ ਨਹੀਂ ਰਹਿੰਦੀ। ਫਿਰ ਇਹ ਵੀ ਮੰਨਿਆ ਸੀ ਕਿ ਜਿਹੜੀ ਮਨੀ ਆ ਉਸ ਦਾ ਜਿਹੜਾ ਮਾਰਜਨਲ ਯੂਟਿਲਿਟੀ ਉਹ ਕਾਂਸਟੈਂਟ ਰਹਿੰਦੀ ਹੈ, ਪਰ ਹਮੇਸ਼ਾ ਇਹ ਵੀ ਨਿਸ਼ਚਿਤ ਨਹੀਂ ਰਹਿੰਦੀ। ਹਰੇਕ ਵਸਤੂ ਇੱਕ ਸੁਤੰਤਰ ਵਸਤੂ ਨਹੀਂ ਹੁੰਦੀ, ਵਸਤੂਆਂ ਇੱਕ ਦੂਸਰੇ 'ਤੇ ਡਿਪੈਂਡੈਂਟ ਹੁੰਦੀਆਂ। ਲਾਈਕ ਜਿਸ ਤਰ੍ਹਾਂ ਉਸਨੇ ਕਿਹਾ ਸੀ ਕਿ ਜੇ ਤੁਸੀਂ ਸੇਬ ਕਰਦੇ ਤਾਂ ਸੇਬ ਅਤੇ ਜੇ ਤੁਸੀਂ ਬਨਾਨਾ ਯੂਜ਼ ਕਰੋਗੇ, ਬਨਾਨਾ ਕੰਜ਼ਿਊਮ ਕਰੋਗੇ ਤਾਂ ਉਹ ਅਲੱਗ। ਇਸ ਤਰ੍ਹਾਂ ਨਹੀਂ ਹੁੰਦਾ, ਫਰੂਟ ਅਤੇ ਫਰੂਟ ਹੁੰਦਾ ਹੈ। ਮਤਲਬ ਬੇਸ਼ੱਕ ਉਹਦੇ ਵਿੱਚ ਮਿਲਣ ਵਾਲੇ ਨਿਊਟਰੀਐਂਟਸ, ਉਸ ਦੇ ਵਿੱਚੋਂ ਮਿਲਣ ਵਾਲੇ ਵਿਟਾਮਿਨਸ ਅਲੱਗ ਹੋ ਸਕਦੇ ਆ, ਪਰ ਜੇ ਆਪਾਂ ਬਨਾਨਾ ਵਿੱਚ ਹੀ ਕੰਜ਼ਿਊਮ ਕਰ ਲਾਂਗੇ ਐਪਲ ਖਾਂਦੇ ਟਾਈਮ, ਅਤੇ ਸਾਡੇ ਐਪਲ ਤੋਂ ਮਿਲਣ ਵਾਲੇ ਤੁਸ਼ਟੀਗੁਣ ਆ ਉਹਦੇ ਵਿੱਚ ਚੇਂਜ ਆਏਗੀ, ਉਹਦੇ ਵਿੱਚ ਫਰਕ ਪਏਗਾ। ਇਸ ਲਈ ਹਰੇਕ ਪ੍ਰੋਡਕਟ ਆ ਜਿਹੜਾ ਉਹ ਹਰੇਕ ਕਮੋਡਿਟੀ ਹੈ ਜਿਹੜੀ ਉਹ ਇੰਡੀਪੈਂਡੈਂਟ ਨਹੀਂ ਹੁੰਦੀ। ਸਮਾਂ ਤੁਸ਼ਟੀਗੁਣ ਦਾ ਅਨੁਮਾਨ ਹਰ ਅਵਸਥਾ ਵਿੱਚ ਨਹੀਂ ਲਗਾਇਆ ਜਾ ਸਕਦਾ। ਮਾਰਜਨਲ ਯੂਟਿਲਿਟੀ ਕੈਨ ਨਾਟ ਬੀ ਮੇਜਰਡ ਇਨ ਆਲ ਕੰਡੀਸ਼ਨਸ, ਕਿਉਂਕਿ ਕੁਝ ਇੱਕ ਪ੍ਰੋਡਕਟਸ, ਕੁਝ ਇੱਕ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹੜੀਆਂ ਡਿਵੀਜ਼ੀਬਲ ਹੁੰਦੀਆਂ ਅਤੇ ਕੁਝ ਇੱਕ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹੜੀਆਂ ਡਿਵੀਜ਼ੀਬਲ ਨਹੀਂ ਹੁੰਦੀਆਂ। ਲਾਈਕ LCD, DVD, ਟੈਲੀਵਿਜ਼ਨ ਤੁਸੀਂ ਪੂਰਾ ਹੀ ਖਰੀਦੋਗੇ ਅਤੇ ਉਹ ਤਾਂ ਤੁਹਾਨੂੰ ਬਾਅਦ ਵਿੱਚ ਪਤਾ ਲੱਗਦਾ ਕਿ ਉਹਦੀ ਤੋਂ ਯੂਟਿਲਿਟੀ ਘੱਟਦੀ ਹੈ ਕਿ ਨਹੀਂ। ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ ਕਿ ਥੋੜ੍ਹਾ ਅੱਜ ਖਰੀਦ ਲਈਏ, ਜੇ ਯੂਟਿਲਿਟੀ ਨਾ ਘਟੀ ਤਾਂ ਹੋਰ ਲੈ ਲਾਂਗੇ, ਅਦਰਵਾਈਜ਼ ਰਹਿਣ ਦਾਂਗੇ। ਅਵਸਥਕ ਮਾਨਤਾਵਾਂ ਆ, ਕਿਸ ਤਰ੍ਹਾਂ ਮੰਨ ਕੇ ਚੱਲੇ ਸੀ ਆਪਾਂ ਕਿ ਪ੍ਰੋਡਕਟ ਦਾ ਪ੍ਰਾਈਸ ਸੇਮ ਰਹਿੰਦਾ, ਉਹਦੇ ਰਿਲੇਟਡ ਪ੍ਰੋਡਕਟਸ ਦੇ ਪ੍ਰਾਈਸ ਸੇਮ ਰਹਿੰਦੇ ਆ, ਕੰਜ਼ਿਊਮਰ ਦੀ ਇਨਕਮ ਸੇਮ ਰਹਿੰਦੀ ਆ, ਫੰਕਸ਼ਨ ਕਸਟਮਸ ਸੇਮ ਰਹਿੰਦੇ ਆ। ਪਰ ਇਹ ਜਿਹੜੀਆਂ ਮਾਨਤਾਵਾਂ ਇਹ ਸਾਰੀਆਂ ਸਹੀ ਨਹੀਂ ਆ, ਕਿਉਂਕਿ ਇਸ ਤਰ੍ਹਾਂ ਜ਼ਰੂਰੀ ਨਹੀਂ ਆ ਕਿ ਇਸ ਤਰ੍ਹਾਂ ਰਵੇ। ਇਹਨਾਂ ਦੇ ਵਿੱਚ ਟਾਈਮ 'ਤੇ ਤਬਦੀਲੀ ਆਉਂਦੀ ਰਹਿੰਦੀ ਹੈ। ਇਸ ਦੇ ਨਾਲ ਸਾਡਾ ਲਾਅ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਕੰਪਲੀਟ ਹੁੰਦਾ ਹੈ। ਨੈਕਸਟ ਟੋਪਿਕ ਆਪਾਂ ਅਗਲੇ ਲੈਕਚਰ ਦੇ ਵਿੱਚ ਸ਼ੁਰੂ ਕਰਾਂਗੇ। ਥੈਂਕ ਯੂ।